ਜਿਹੜੀ ਐਫਰਟ ਸਾਨੂੰ ਆਰਾਮ ਨਾਲ ਘਰ ਬੈਠਿਆਂ ਆਕਸੀਜਨ ਮਿਲ ਜਾਂਦੀ ਸੀ, ਉਹਦੇ ਲਈ ਸਾਨੂੰ ਹੁਣ 10-10 12-12 ਘੰਟੇ ਜਾਂ ਕਈ ਵਾਰੀ 20-20 ਘੰਟੇ ਵੀ ਮੁਸ਼ੱਕਤ ਕਰਨੀ ਪੈਂਦੀ ਹੈ ਦਿਹਾੜੀ ਵਿੱਚ ਆਕਸੀਜਨ ਲੈਣ ਲਈ। ये ਜਿਹੜੇ ਹਸਪੀਟਲ ਜਿੱਦਾਂ ਪੇਸ਼ੈਂਟ ਹੈ ਆਕਸੀਜਨ ਮਿਲ ਰਹੀ ਹੈ, ਲੇਕਿਨ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਮਿਲ ਰਹੀ ਹੈ ਕਿ 5-5 6-6 ਸਿਲੰਡਰ ਇੱਕ ਟਾਈਮ ਤੇ ਮਿਲ ਰਹੇ ਹੈ। ਸਾਰਾ ਦਿਨ ਪੇਸ਼ੈਂਟਸ ਵੱਲ ਧਿਆਨ ਹਟ ਗਿਆ ਤੇ ਆਕਸੀਜਨ ਨੂੰ ਇਕੱਠਾ ਕਰਨ 'ਚ ਧਿਆਨ ਚਲਾ ਗਿਆ। ਜਿਹੜੇ ਲੋਕਲ ਵੈਂਡਰਸ ਹੈ ਉਹਨਾਂ ਨੇ ਆਕਸੀਜਨ ਦੇ ਰੇਟ ਵਧਾ ਦਿੱਤੇ ਆ, ਤਾਂ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤਾ ਸੀ ਕਿ ਇੱਥੇ ਸਾਡੇ ਲਈ ਮਦਦ ਕੀਤੀ ਜਾਵੇ। ਆਕਸੀਜਨ ਸਾਨੂੰ ਇਸ ਵੇਲੇ 3 ਗੁਣਾ ਰੇਟ ਤੇ ਮਿਲ ਰਹੀ ਹੈ, ਜਿਹੜੀ ਕਿ ਅੱਜ ਤੋਂ 1 ਮਹੀਨਾ ਪਹਿਲਾਂ ਜਿਸ ਰੇਟ ਤੇ ਮਿਲ ਰਹੀ ਸੀ। ਤੇ ਆਕਸੀਜਨ ਦੀ ਕਿੱਲਤ ਆ ਰਹੀ ਹੈ, ਸਾਰਿਆਂ ਨੂੰ ਪਤਾ ਹੈ, ਪ੍ਰੈਸ ਵਾਲਿਆਂ ਨੂੰ ਪਤਾ, ਜਨਰਲ ਪਬਲਿਕ ਨੂੰ ਪਤਾ, ਸਾਰਿਆਂ ਨੂੰ ਪਤਾ। ਸੋ ਇਸ ਲਈ ਡੀਸੀ ਸਾਹਿਬ ਕੋਲ ਆਈ ਸੀ ਤੇ ਡੀਸੀ ਸਾਹਿਬ ਨੇ ਸਾਨੂੰ ਪੂਰੀ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਦਰੁਸਤ ਕਰ ਦਿਆਂਗੇ, ਲੇਕਿਨ ਥੋੜਾ ਕਰੋਨਾ ਦੀ ਵੇਵ ਡਾਊਨ ਹੋ ਜਾਏ। ਦੇਖੋ, ਲੈਵਲ 3 ਦੇ ਬੈੱਡ ਜਿਹੜੇ ਆਪਣੇ ਆਪ ਤੇ ਚੱਲਣੇ ਨਹੀਂ ਹੈ। ਲੈਵਲ 3 ਦੇ ਬੈੱਡ ਚੱਲਣਗੇ ਸਾਡੀਆਂ ਇਕਵਿਪਮੈਂਟਸ ਦੇ ਨਾਲ, ਸਾਡੀ ਆਕਸੀਜਨ ਸਪਲਾਈ ਦੇ ਨਾਲ ਤੇ ਸਾਡੇ ਹਿਊਮਨ ਰਿਸੋਰਸ ਦੇ ਨਾਲ, ਸਾਡੇ ਨਰਸਿਸ ਤੇ ਡਾਕਟਰਸ ਦੇ ਨਾਲ। ਜੇ ਇਹ ਤਿੰਨੇ ਰਿਕੁਆਇਰਮੈਂਟਸ ਇਕੱਠੀਆਂ ਪੂਰੀਆਂ ਹੁੰਦੀਆਂ ਨੇ, ਫਿਰ ਹੀ ਲੈਵਲ 3 ਦੇ ਬੈੱਡਸ ਵਧਾਉਣ ਦਾ ਫਾਇਦਾ। D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं डिप्टी कमिश्नर के घर के बाहर। यहां पर इंडियन मेडिकल एसोसिएशन के जो सदस्य हैं वो इनसे मिलने के लिए आए हैं। ऑक्सीजन का संकट गहराता जा रहा है। पहले भी इनकी ओर से गुहार लगाई गई थी कि हमें ऑक्सीजन की सप्लाई दी जाए, क्योंकि लगातार जो कोरोना के लेवल 3 के मरीज हैं वो बढ़ रहे हैं। एक तरफ तो मुख्यमंत्री कैप्टन अमरिंदर सिंह ये कह रहे हैं कि लेवल 3 के जो मरीजों के लिए अस्पतालों में बेड बढ़ाए जाएं और यहाँ पर ऑक्सीजन नहीं मिल रही है। हमारे साथ हैं इंडियन मेडिकल एसोसिएशन के जो अमृतसर के अध्यक्ष हैं डॉक्टर अमनदीप कौर, इनसे बात करते हैं। डॉक्टर साहब, आज तुसी डीसी साहब ने मिले थे, क्या बेसिक क्या तुसी उन्होंने? ਦੇਖੋ, ਸਾਡਾ ਬੇਸਿਕ ਏਜੰਡਾ ਸੀਗਾ ਸਮੂਥ ਸਪਲਾਈ ਆਫ ਆਕਸੀਜਨ, ਜਿਹਦੀ ਕਿ ਕਾਫੀ ਹੱਦ ਤੱਕ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਕਰ ਰਹੀ ਹੈ, ਸਾਡੇ ਨਾਲ ਕੋਆਪਰੇਟ ਕਰ ਰਹੀ ਹੈ। ਪਰ ਡੈਫੀਨੇਟਲੀ ਜਿਹੜੀ ਐਫਰਟ ਸਾਨੂੰ ਆਰਾਮ ਨਾਲ ਘਰ ਬੈਠਿਆਂ ਆਕਸੀਜਨ ਮਿਲ ਜਾਂਦੀ ਸੀ, ਉਹਦੇ ਲਈ ਸਾਨੂੰ ਹੁਣ 10-10 12-12 ਘੰਟੇ ਜਾਂ ਕਈ ਵਾਰੀ 20-20 ਘੰਟੇ ਵੀ ਮੁਸ਼ੱਕਤ ਕਰਨੀ ਪੈਂਦੀ ਹੈ ਦਿਹਾੜੀ ਵਿੱਚ ਆਕਸੀਜਨ ਲੈਣ ਲਈ। ਉਹਦੇ ਲਈ ਸਾਡੀਆਂ ਵਹੀਕਲ, ਸਾਡੇ ਬੰਦੇ ਸਾਰੇ ਲੱਗੇ ਰਹਿੰਦੇ ਨੇ। ਤੇ ਦੂਜਾ ਸਾਡਾ ਮੁੱਦਾ ਸੀਗਾ ਕਾਸਟ ਆਫ ਆਕਸੀਜਨ। ਜਿਹੜੇ ਲੋਕਲ ਵੈਂਡਰਸ ਹੈ ਉਹਨਾਂ ਨੇ ਆਕਸੀਜਨ ਦੇ ਰੇਟ ਵਧਾ ਦਿੱਤੇ ਆ, ਤਾਂ ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤਾ ਸੀ ਕਿ ਇੱਥੇ ਸਾਡੇ ਲਈ ਮਦਦ ਕੀਤੀ ਜਾਵੇ। ਆਕਸੀਜਨ ਸਾਨੂੰ ਇਸ ਵੇਲੇ 3 ਗੁਣਾ ਰੇਟ ਤੇ ਮਿਲ ਰਹੀ ਹੈ, ਜਿਹੜੀ ਕਿ ਅੱਜ ਤੋਂ 1 ਮਹੀਨਾ ਪਹਿਲਾਂ ਜਿਸ ਰੇਟ ਤੇ ਮਿਲ ਰਹੀ ਸੀ। ਸੋ ਪਹਿਲੇ ਕੀ ਰੇਟ ਮਿਲ ਰਿਹਾ ਸੀ ਤੇ ਹੁਣ ਕੀ ਰੇਟ ਕਰਤਾ ਜੀ ਇਹਨਾਂ ਨੇ? ਪਹਿਲੇ ਰੇਟ ਜਿਹੜਾ ਹੈ ਉਹ ਆਲਮੋਸਟ 220 ਰੁਪਏ ਦੇ ਪਰ ਸਿਲੰਡਰ ਸੀਗਾ, ਪਰ ਕੱਲ ਜਿਹੜੇ ਸਾਡੇ ਕੁਝ ਹਸਪਤਾਲਾਂ ਨੂੰ ਬਿੱਲ ਆਏ ਨੇ ਉਹ 600 ਰੁਪਏ ਪਰ ਸਿਲੰਡਰ ਦੇ ਹਿਸਾਬ ਨਾਲ ਵੀ ਆਏ ਨੇ, ਜਿਸ ਕਰਕੇ ਅੱਜ IMA ਦੀ ਇੱਕ ਹੰਗਾਮੀ ਮੀਟਿੰਗ ਮੰਗਾਈ ਗਈ ਸੀ ਤੇ ਜਿਹਦੇ ਵਿੱਚ ਇਹ ਫਿਰ ਅਸੀਂ ਸੋਚਿਆ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਜਾਵੇ ਕਿ ਕੁਝ ਤੇ ਆਕਸੀਜਨ ਦੇ ਰੇਟਸ ਤੇ ਕੈਪਿੰਗ ਕੀਤੀ ਜਾਵੇ, ਐਂਡ ਹੀ ਹੈਜ਼ ਅਸ਼ੋਰਡ ਇਟ। क्या उन्होंने तुसी हुणे मिल के आए हो तो उन्होंने क्या किया भी ਅਸੀਂ ਵੈਂਡਰਸ ਨੂੰ ਕਵਾਂਗੇ ਕਿ ਆਕਸੀਜਨ ਦੇ ਰੇਟ ਘੱਟ ਕੀਤੇ ਜਾਣ? ਡੈਫੀਨੇਟਲੀ ਜੀ, ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ ਸਾਨੂੰ ਵਿੱਚ ਵਿਚਾਲੇ ਜੇ, ਕਿਉਂਕਿ ਆਕਸੀਜਨ ਵੈਂਡਰਸ ਦੀਆਂ ਵੀ ਮਜਬੂਰੀਆਂ ਨੇ, ਉਹਨਾਂ ਦੀ ਵੀ ਕਾਸਟ ਵਧੀ ਹੋਈ ਹੈ, ਜਿਸ ਤਰ੍ਹਾਂ ਸਾਡੀ ਦੌੜ ਭੱਜ ਵਧੀ ਹੋਈ ਹੈ ਉਹਨਾਂ ਦੀ ਵੀ ਵਧੀ ਹੋਈ ਹੈ। ਸੋ ਵੀ ਹੈਵ ਟੂ ਕੀਪ ਅ ਬੈਲੈਂਸ ਐਂਡ ਹੀ ਹੈਜ਼ ਅਸ਼ੋਰਡ ਦੈਟ, ਐਂਡ ਅਸੀਂ ਹਸਪਤਾਲ ਵੀ ਇਸ ਗੱਲ ਨੂੰ ਪੱਕੀ ਤਰ੍ਹਾਂ ਨਾਲ ਉਹਨਾਂ ਦੇ ਮੰਨ ਰਹੇ ਹਾਂ ਕਿ ਕੁਝ ਅਸੀਂ ਕੰਪਨਸੇਟ ਕਰਾਂਗੇ, ਕੁਝ ਵੈਂਡਰਸ ਕੰਪਨਸੇਟ ਕਰਨ, ਐਂਡ ਵੀ ਹੈਵ ਟੂ ਰੀਚ ਅ ਕੰਸੈਂਸਸ। ਅਗਰ ਗੱਲ ਕਰੀਏ ਵੀ ਕਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਹੈਗੀ ਤੇ ਕਿੰਨੀ ਮਿਲ ਰਹੀ ਹੈ? ਦੇਖੋ, ਆਕਸੀਜਨ ਦੀ ਰਿਕੁਆਇਰਮੈਂਟ ਮਿਲ ਤੇ ਰਹੀ ਹੈ, ਪਰ ਗੱਲ ਇਹ ਹੈ ਕਿ ਹਰ ਹਸਪਤਾਲ ਕੋਲ ਕਿੰਨੇ ਘੰਟੇ ਦੀ ਬਕਾਇਆ ਆਕਸੀਜਨ ਹੈਗੀ ਹੈ। ਜੇ ਮੈਨੂੰ ਅੱਜ ਦੇ ਦਿਨ ਵਿੱਚ 100 ਸਿਲੰਡਰ ਚਾਹੀਦਾ ਹੈ ਤੇ ਮੇਰੇ ਕੋਲ ਘੱਟੋ ਘੱਟ 24 ਘੰਟੇ ਲਈ 100 ਸਿਲੰਡਰ ਤੇ ਚਾਹੀਦਾ, ਜਿਹੜੇ ਕਿ ਅੱਜ ਦੀ ਤਰੀਕ ਵਿੱਚ ਨਹੀਂ ਮਿਲ ਰਹੇ। ਮੇਰੇ ਕੋਲ ਇਸ ਵੇਲੇ ਜੇ 100 ਸਿਲੰਡਰ ਦੀ ਰਿਕੁਆਇਰਮੈਂਟ ਹੈ ਤਾਂ 20 ਪਏ ਹੈ, ਤੇ ਬਾਕੀ 20 ਕਰਕੇ ਮੈਨੂੰ ਹਰ 2-2 ਘੰਟੇ ਬਾਅਦ ਭੱਜਣਾ ਪੈਂਦਾ ਪਿਆ। ਅਸੀਂ ਚਾਹੁੰਦੇ ਹਾਂ ਕਿ ਇਹ ਭੱਜ ਨੱਠ ਸਾਡੀ ਘਟੇ। ਡੀਸੀ ਸਾਹਿਬ ਨੇ ਕੀ ਕਿਹਾ ਫਿਰ ਹੁਣ ਤੁਹਾਨੂੰ? ਡੀਸੀ ਸਾਹਿਬ ਕਹਿੰਦੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਰਿਸੋਰਸਿਸ ਘੱਟ ਹੈ, ਬਟ ਸਟਿਲ ਸਰਕਾਰਾਂ ਲੱਗੀਆਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੈਫੀਨੇਟਲੀ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਔਰ ਹਰ ਲੈਵਲ ਤੱਕ ਜਾ ਰਹੀ ਹੈ ਸਾਨੂੰ ਕੋਆਪਰੇਸ਼ਨ ਦੇਣ ਦੀ। ਪਰ ਬੇਸਿਕਲੀ ਪਿੱਛੋਂ ਹੀ ਆਕਸੀਜਨ ਦੀ ਬਹੁਤ ਕਿੱਲਤ ਹੈ ਤੇ ਸਾਡੇ ਕੋਲ ਆਕਸੀਜਨ ਪਲਾਂਟ ਦੀ ਘਾਟ ਹੈ ਅੰਮ੍ਰਿਤਸਰ 'ਚ। ਡਾਕਟਰ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ ਤੇ ਕਿਆ ਲੱਗਦਾ ਜਿਵੇਂ ਪੰਜਾਬ ਸਰਕਾਰ ਨੇ ਕਿਹਾ ਹੈ ਲੈਵਲ 3 ਦੇ ਪੇਸ਼ੈਂਟ ਵਾਸਤੇ ਬੈੱਡ ਵਧਾਏ ਜਾਣ, ਤੇ ਜੇ ਇਹੋ ਹੀ ਹਾਲਾਤ ਰਹੇ ਕਿਉਂਕਿ ਆਕਸੀਜਨ ਤਾਂ ਮਿਲ ਨਹੀਂ ਰਹੀ, ਤੇ ਤੁਸੀਂ ਵਧਾਉਣ 'ਚ ਸક્ષਮ ਹੋਵੋਗੇ ਹਸਪੀਟਲ ਜਾਂ ਨਹੀਂ ਬੈੱਡ ਵਧਾਉਣ 'ਚ? ਦੇਖੋ, ਲੈਵਲ 3 ਦੇ ਬੈੱਡ ਜਿਹੜੇ ਆਪਣੇ ਆਪ ਤੇ ਚੱਲਣੇ ਨਹੀਂ ਹੈ। ਲੈਵਲ 3 ਦੇ ਬੈੱਡ ਚੱਲਣਗੇ ਸਾਡੀਆਂ ਇਕਵਿਪਮੈਂਟਸ ਦੇ ਨਾਲ, ਸਾਡੀ ਆਕਸੀਜਨ ਸਪਲਾਈ ਦੇ ਨਾਲ ਤੇ ਸਾਡੇ ਹਿਊਮਨ ਰਿਸੋਰਸ ਦੇ ਨਾਲ, ਸਾਡੇ ਨਰਸਿਸ ਤੇ ਡਾਕਟਰਸ ਦੇ ਨਾਲ। ਜੇ ਇਹ ਤਿੰਨੇ ਰਿਕੁਆਇਰਮੈਂਟਸ ਇਕੱਠੀਆਂ ਪੂਰੀਆਂ ਹੁੰਦੀਆਂ ਨੇ, ਫਿਰ ਹੀ ਲੈਵਲ 3 ਦੇ ਬੈੱਡਸ ਵਧਾਉਣ ਦਾ ਫਾਇਦਾ।
ਅਦਰਵਾਈਜ਼ ਤੇ ਲੈਵਲ 2 ਦੇ ਪੇਸ਼ੈਂਟ ਦੇ ਵਾਸਤੇ ਵੀ ਆਕਸੀਜਨ ਹੈ ਜਾਂ ਨਹੀਂ? ਦੇਖੋ ਆਕਸੀਜਨ ਤੇ ਅੱਜ ਦੀ ਤਰੀਕ 'ਚ ਹੁਣ ਲਈ ਹੈਗੀ ਹੈ, ਅਗਲੇ 2-3 ਘੰਟਿਆਂ ਲਈ ਹੈਗੀ ਹੈ, ਪਰ ਉਸ ਤੋਂ ਬਾਅਦ ਦਾ ਕੀ ਪਤਾ ਹੈ ਉਹ ਸਾਨੂੰ ਹਲੇ ਤੱਕ ਕਲੈਰਿਟੀ ਨਹੀਂ ਹੋ ਰਹੀ। ਤੁਸੀਂ ਕੁਝ ਹੋਰ ਦੱਸਣਾ ਚਾहो? ਬਸ ਥੈਂਕ यू जी। हमारे साथ हैं द कॉर्पोरेट अस्पताल के डॉक्टर जितेंद्र मल्होत्रा, इनसे बात करते हैं उनका क्या कहना है। ਮੁਸ਼ਕਿਲ ਸੇਮ ਹੀ ਹੈ, ਜਿਹੜੀ ਪਹਿਲੇ ਮੁਸ਼ਕਿਲ ਆ ਰਹੀ ਸੀ ਹੁਣ ਵੀ ਆ ਰਹੀ ਹੈ। ਡੀਸੀ ਸਾਹਿਬ ਨੇ ਕਿਹਾ ਹੈ ਅਸੀਂ ਕਾਫੀ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਅੱਗੋਂ ਹੋਰ ਵੀ ਮੈਨੇਜ ਕਰਾਂਗੇ। ਉਹਨਾਂ ਨੇ ਪੂਰੀ ਤਸੱਲੀ ਦਿੱਤੀ ਹੈ ਕਿ ਪੈਨਿਕ ਕ੍ਰੀਏਟ ਨਾ ਕਰੀਏ ਤੇ ਨਾ ਹੋਣ ਦਈਏ, ਸਾਰੇ ਆਪਣਾ ਆਪਣਾ ਸਿਸਟਮ ਦੇਖੋ ਔਰ ਉਹ ਸਾਡੀ ਮਦਦ ਕਰਨ ਨੂੰ ਸਾਰੇ ਤਿਆਰ ਹੈਗੇ। ਡਾਕਟਰ ਸਾਹਿਬ ਕਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਹੈ ਤੇ ਕਿੰਨੀ ਤੁਹਾਨੂੰ ਮਿਲ ਰਹੀ ਹੈ? ਨਹੀਂ ਮਿਲ ਰਹੀ ਹੈ, ਜਿਹੜੇ ਹਸਪੀਟਲ ਜਿੱਦਾਂ ਪੇਸ਼ੈਂਟ ਹੈ ਆਕਸੀਜਨ ਮਿਲ ਰਹੀ ਹੈ, ਲੇਕਿਨ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਮਿਲ ਰਹੀ ਹੈ ਕਿ 5-5 6-6 ਸਿਲੰਡਰ ਇੱਕ ਟਾਈਮ ਤੇ ਮਿਲ ਰਹੇ ਹੈ। ਸਾਰਾ ਦਿਨ ਪੇਸ਼ੈਂਟਸ ਵੱਲ ਧਿਆਨ ਹਟ ਗਿਆ ਤੇ ਆਕਸੀਜਨ ਨੂੰ ਇਕੱਠਾ ਕਰਨ 'ਚ ਧਿਆਨ ਚਲਾ ਗਿਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਸਾਡਾ ਧਿਆਨ ਪੇਸ਼ੈਂਟ ਦੀ ਟ੍ਰੀਟਮੈਂਟ ਵੱਲ ਹੋਣਾ ਚਾਹੀਦਾ ਤਾਂ ਕਿ ਮੋਰਬਿਡਿਟੀ ਮੋਰਟੈਲਿਟੀ ਘਟੇ। ਆਕਸੀਜਨ ਤੇ ਆਟੋਮੈਟਿਕ ਆਣੀ ਚਾਹੀਦੀ ਹੈ, ਪਰ ਇਸ ਟਾਈਮ ਥੋੜੀ ਮੁਸ਼ਕਿਲ ਆ ਰਹੀ ਹੈ। ਕਿੰਨੀ ਆਕਸੀਜਨ ਚਾਹੀਦੀ ਤੇ ਕਿੰਨੀ ਤੁਹਾਨੂੰ ਮਿਲ ਰਹੀ ਹੈ? ਇਹ ਸਾਰੇ ਹਸਪੀਟਲ ਦਾ ਅਲੱਗ-ਅਲੱਗ ਹੈ, ਲੇਕਿਨ ਜਿੰਨੀ ਸਾਨੂੰ ਹਸਪੀਟਲ 'ਚ ਆਕਸੀਜਨ ਚਾਹੀਦੀ ਹੈ ਉਨੀ ਐਟ ਵਨ ਟਾਈਮ ਨਹੀਂ ਮਿਲ ਰਹੀ। ਫਿਰ ਅਸੀਂ ਆਪਣੇ ਪੇਸ਼ੈਂਟਸ ਉਸ ਹਿਸਾਬ ਨਾਲ ਮੈਨੇਜ ਕਰਦੇ ਹਾਂ। ਪੇਸ਼ੈਂਟਸ ਘਟਾਣੇ ਜਾਂ ਵਧਾਣੇ ਆਕਸੀਜਨ 'ਤੇ ਡਿਪੈਂਡ ਕਰਦਾ। ਤੇ ਆਕਸੀਜਨ ਦੀ ਕਿੱਲਤ ਆ ਰਹੀ ਹੈ, ਸਾਰਿਆਂ ਨੂੰ ਪਤਾ ਹੈ, ਪ੍ਰੈਸ ਵਾਲਿਆਂ ਨੂੰ ਪਤਾ, ਜਨਰਲ ਪਬਲਿਕ ਨੂੰ ਪਤਾ, ਸਾਰਿਆਂ ਨੂੰ ਪਤਾ। ਸੋ ਉਹਦੇ ਲਈ ਡੀਸੀ ਸਾਹਿਬ ਕੋਲ ਆਈ ਸੀ ਤੇ ਡੀਸੀ ਸਾਹਿਬ ਨੇ ਸਾਨੂੰ ਪੂਰੀ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਦਰੁਸਤ ਕਰ ਦਿਆਂਗੇ, ਲੇਕਿਨ ਥੋੜਾ ਕਰੋਨਾ ਦੀ ਵੇਵ ਡਾਊਨ ਹੋ ਜਾਏ। ਲੱਗ ਰਿਹਾ ਹੈ ਕਿ ਪਿਛਲੇ 2-3 ਦਿਨਾਂ 'ਚ ਕੁਝ ਪਲੈਟਿਊ ਆਇਆ ਹੈ, ਥੋੜੇ ਜਿਹੇ ਪੇਸ਼ੈਂਟਸ ਘਟੇ ਹੈ, ਪਰ ਅਜੇ ਕਨਫਰਮ ਨਹੀਂ ਹੈ। ਜੇ ਪੇਸ਼ੈਂਟਸ ਘਟ ਗਏ ਤੇ ਸਾਰੀਆਂ ਦਿੱਕਤਾਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਪਰ ਫਿਲਹਾਲ ਕਾਫੀ ਸਾਰੀਆਂ ਦਿੱਕਤਾਂ ਹਸਪੀਟਲਸ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਅਸੀਂ ਪ੍ਰੇ ਕਰਦੇ हैं गॉड ਨੂੰ कि ਇਹ ਖਤਮ ਹੋ ਜਾਣ। आईएमए के पूर्व अध्यक्ष हैं डॉक्टर अशोक उपल से बात करते हैं। डॉक्टर साहब थोड़ा दसना प्लीज़, थोड़ा दसो। ਅੱਜ ਡੀਸੀ ਸਾਹਿਬ ਦੇ ਨਾਲ ਆਈਐਮਏ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਔਰ ਬਾਕੀ ਸਾਰੇ ਸਦस्य ਮਿਲੇ ਔਰ ਉਹਨਾਂ ਨੂੰ ਅਸੀਂ ਹਾਈਲਾਈਟ ਕੀਤਾ ਕਿ ਆਕਸੀਜਨ ਦੀ ਸ਼ਾਰਟੇਜ ਸਾਨੂੰ ਹਸਪੀਟਲਾਂ 'ਚ ਹੋ ਰਹੀ ਹੈਗੀ ਆ, ਤੋ ਉਹਦੀ ਪੂਰਤੀ ਕੀਤੀ ਜਾਵੇ ਔਰ ਇਸ ਤਰੀਕੇ ਨਾਲ ਇੰਤਜ਼ਾਮ ਕੀਤਾ ਜਾਵੇ ਕਿ ਜਿੰਨਾ ਕਿਸੇ ਹਸਪੀਟਲ ਨੂੰ ਜ਼ਰੂਰਤ ਹੈਗੀ ਆ ਉਹਨੂੰ ਆਕਸੀਜਨ ਮੁਹੱਈਆ ਕੀਤੀ ਜਾਵੇ। ये इंडियन मेडिकल एसोसिएशन के तमाम सदस्य आज डिप्टी कमिश्नर गुरप्रीत सिंह खैरा से मिलकर आ रहे हैं। इनका कहना है कि पहले तो ऑक्सीजन की कमी का संकट था, अब ऑक्सीजन वेंडर्स की ओर से 3 गुना ऑक्सीजन के रेट बढ़ा दिए गए हैं, जिसका बोझ सच है कि वो मरीज़ के ऊपर ही पड़ेगा, क्योंकि अगर ऑक्सीजन नहीं मिलेगी तो फिर मरीज़ का इलाज करना हमारे लिए बिल्कुल आसान नहीं होगा। बहुत मुश्किल की घड़ी ये चल रही है। एक तरफ तो पंजाब सरकार कह रही है कि आप लेवल 3 के बेड बढ़ाइए, लेकिन ऑक्सीजन की सप्लाई नहीं हो रही है। इसीलिए आज इन्होंने गुरप्रीत सिंह खैरा डिप्टी कमिश्नर अमृतसर से मुलाकात की है। उन्होंने इन लोगों को आश्वासन दिलाया है कि वह वेंडर से बात करेंगे और ऑक्सीजन महंगी नहीं होगी और ऑक्सीजन की सप्लाई ठीक हो, इसके लिए भी वह पूरी कोशिश कर रहे हैं। अमृतसर से D4 न्यूज़ के लिए दीपक भंडारी की खास रिपोर्ट।